Good morning, dear students. Myself, Parjinder Kaur, Vocational Mistress, Sarkari Senior Secondary School, Rotol. Import and Export Management Trade ਦਾ Export Management subject ਅਸੀਂ ਸਟੱਡੀ ਕਰ ਰਹੇ ਹਾਂ। ਅੱਜ ਦਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਿਕੋਜ਼ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੈਂਦੇ ਹੋ ਤੇ ਜਿਹੜੀ ਵੀ ਕੋਈ ਵੀਡੀਓ ਲੇਟੈਸਟ ਮੈਂ ਇਸ ਚੈਨਲ ਦੇ ਉੱਤੇ ਪਾਉਂਗੀ ਉਹ ਤੁਹਾਨੂੰ ਈਜ਼ੀਲੀ ਮਿਲ ਜਾਊਗੀ। ਤੇ ਇਹਦੇ ਵਿੱਚ ਮੈਂ ਪਲੇਲਿਸਟ ਤਿਆਰ ਕੀਤੀ ਹੋਈ ਹੈ। एक्सपोर्ट मैनेजमेंट नाम की प्लेलिस्ट हैगी है जिहदे विच सारे जिन्ने भी टॉपिक्स मैं कवर किए वो सीरीयल ऑर्डर दे विच उहदे विच अवेलेबल हैगे आ। इस तो बाद एक वैबसाइट बारे मैं तुहानूं अज जानकारी देना चाहुंदी हाँ। वैबसाइट का नाम है www.learnonlineway.com। बेटा ये जिहड़ी वैबसाइट हैगी है इहदे उत्ते हर विषय के नोट्स हर विषय के कह लो ऑनलाइन स्टडी मटीरियल मौजूद हैगा है। इस तरीके का इस वैबसाइट का पेज हैगा है। तुसी लैफ्ट साइड ते वेखो मैं जिहड़ा रैक्टेंगल बनाया ऑरेंज कलर च वो मेरा सब्जैक्ट है एक्सपोर्ट मैनेजमेंट। ਜਦੋਂ ਤੁਸੀਂ ਇਸ ਨੂੰ ਪ੍ਰੈਸ ਕਰਦੇ ਹੋ ਤੇ ਵੇਖੋ ਸਾਹਮਣੇ ਇਸ ਤਰ੍ਹਾਂ ਦਾ ਪੇਜ ਖੁੱਲ ਜੂਗਾ ਤੇ ਜਿੰਨੇ ਵੀ ਮੈਂ ਵੀਡੀਓਜ਼ YouTube ਤੇ ਪਾਈਆਂ ਉਹ ਸਾਰਿਆਂ ਦਾ ਲਿੰਕ ਇਹਦੇ ਵਿੱਚ ਅਵੇਲੇਬਲ ਹੈ। ਨਾ ਸਿਰਫ ਮੇਰਾ ਸਬਜੈਕਟ ਇਸ ਤੋਂ ਇਲਾਵਾ ਤੁਸੀਂ ਵੇਖੋ ਇੰਪੋਰਟ ਮੈਨੇਜਮੈਂਟ +2 ਦਾ ਸਬਜੈਕਟ ਹੈ, ਪੰਜਾਬੀ ਹੈ, ਫਿਰ ਇਸ ਤੋਂ ਇਲਾਵਾ ਜਨਰਲ ਫਾਊਂਡੇਸ਼ਨ ਕੋਰਸ ਹੈ ਜਾਂ ਇਸ ਤੋਂ ਇਲਾਵਾ ਹੋਰ ਜਿਹੜੇ ਸਬਜੈਕਟਸ ਇਕਨੋਮਿਕਸ ਸਾਇੰਸ ਜਾਂ ਹੋਰ ਸਟਰੀਮ ਦੇ ਸਬਜੈਕਟਸ ਆ ਉਹ ਸਾਰੇ ਵੀ ਇਸ ਵੈਬਸਾਈਟ ਦੇ ਉੱਤੇ ਅਵੇਲੇਬਲ ਹੈਗੇ ਆ। ਸੋ ਤੁਸੀਂ ਇਸ ਵੈਬਸਾਈਟ ਨੂੰ ਵਧੀਆ ਕਰੋ ਤੇ ਤੁਸੀਂ ਆਪਣੀ ਕਾਪੀਜ਼ ਦੇ ਉੱਤੇ ਨੋਟ ਕਰ ਲਓ। ਤੇ ਚਲਦੇ ਹਾਂ ਅਸੀਂ ਆਪਣੇ ਟੌਪਿਕ ਦੇ ਵੱਲ। ਅੱਜ ਦਾ ਟੌਪਿਕ ਜਿਹੜਾ ਹੈਗਾ ਹੈ ਦੈਟ ਇਜ਼ ਚੂਜ਼ਿੰਗ ਐਪਰੋਪਰੀਏਟ ਮੋਡ ਆਫ ਆਪਰੇਸ਼ਨ। ਅਸੀਂ ਪਿਛਲੀ ਵੀਡੀਓ ਦੇ ਵਿੱਚ ਸਟੱਡੀ ਕੀਤਾ ਸੀ ਕਿ ਐਕਸਪੋਰਟ ਮੈਨੇਜਮੈਂਟ ਕਰਨ ਵਾਸਤੇ ਐਕਸਪੋਰਟ ਦਾ ਕੰਮ ਕਰਨ ਵਾਸਤੇ ਸਾਨੂੰ ਕਿਸ ਤਰੀਕੇ ਦਾ ਬਿਜ਼ਨਸ ਇਸਟੈਬਲਿਸ਼ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਅਸੀਂ ਲਾਇਸੈਂਸ ਲੈਂਦੇ ਹਾਂ। ਐਕਸਪੋਰਟ ਵਾਸਤੇ ਅਸੀਂ ਆਪਣੀ ਬਿਜ਼ਨਸ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਹਾਂ। ਸੋ ਸਾਡਾ ਬਿਜ਼ਨਸ ਵੀ ਬਣ ਗਿਆ, ਸਾਡਾ ਯੂਨਿਟ ਵੀ ਤਿਆਰ ਹੋ ਗਿਆ, ਸਾਡੀ ਰਜਿਸਟ੍ਰੇਸ਼ਨ ਵੀ ਹੋ ਗਈ। ਹੁਣ ਉਸ ਤੋਂ ਅਗਲਾ ਕੰਮ ਕੀ ਹੁੰਦਾ ਹੈ ਕਿ ਸਾਨੂੰ ਇੱਕ ਉਚਿਤ ਕਾਰਜ ਮਾਧਿਅਮ ਦੀ ਚੋਣ ਕਰਨੀ ਹੁੰਦੀ ਹੈ ਕਿ ਕਿਸ ਵਿਧੀ ਦੇ ਰਾਹੀਂ ਅਸੀਂ ਆਪਣਾ ਜਿਹੜਾ ਸਮਾਨ ਹੈਗਾ ਆਪਣੇ ਪ੍ਰੋਡਕਟ ਹੈਗੇ ਉਹਨਾਂ ਨੂੰ ਐਕਸਪੋਰਟ ਕਰਾਂਗੇ। ਸੋ ਕੁਛ ਮੋਡਸ ਹੈਗੇ ਆ, ਕੁਛ ਤਰੀਕੇ ਹੈਗੇ ਆ ਜਿਨ੍ਹਾਂ ਬਾਰੇ ਮੈਂ ਇਸ ਟੌਪਿਕ ਦੇ ਵਿੱਚ ਕਵਰ ਕਰੂੰਗੀ। ਸਭ ਤੋਂ ਪਹਿਲਾਂ ਜਿਹੜਾ ਐਕਸਪੋਰਟਿੰਗ ਦਾ ਕੰਮ ਹੈ ਨਿਰਯਾਤ ਕਰਨਾ। ਮੇਨ ਅਸੀਂ ਜਿਹੜਾ ਨਿਰਯਾਤ ਕਰਦੇ ਹੈਗੇ ਆ ਉਹਨੂੰ ਅਸੀਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੇ। ਸਭ ਤੋਂ ਪਹਿਲਾਂ ਤੇ ਹੈਗਾ ਹੈ ਡਾਇਰੈਕਟ ਐਕਸਪੋਰਟਿੰਗ ਐਂਡ ਦੂਸਰਾ ਇਜ਼ ਇਨਡਾਇਰੈਕਟ ਐਕਸਪੋਰਟਿੰਗ। ਡਾਇਰੈਕਟ ਐਕਸਪੋਰਟਿੰਗ ਜਿਵੇਂ ਕਿ ਨਾਮ ਤੋਂ ਹੀ ਜ਼ਾਹਿਰ ਹੁੰਦਾ ਹੈ ਪ੍ਰਤੱਖ ਨਿਰਯਾਤ। ਇਹਦੇ ਵਿੱਚ ਕੀ ਹੈ ਦੋ ਦੇਸ਼ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਡਾਇਰੈਕਟ ਕੰਟੈਕਟ ਕਰਕੇ ਐਕਸਪੋਰਟ ਦਾ ਕੰਮ ਕਰਦੇ ਆ। ਮੰਨ ਲਓ ਇੰਡੀਆ 'ਚੋਂ ਅਸੀਂ ਕੋਈ ਸਮਾਨ USA ਭੇਜਣਾ ਹੈ ਤੇ ਇੰਡੀਅਨ ਕੰਪਨੀ ਡਾਇਰੈਕਟ USA ਦੀ ਕੰਪਨੀ ਦੇ ਨਾਲ ਸੰਬੰਧ ਬਣਾ ਕੇ ਇਸਟੈਬਲਿਸ਼ ਕਰਕੇ ਡਾਇਰੈਕਟ ਸਮਾਨ ਉਸਨੂੰ ਭੇਜੂਗੀ। ਮੈਥਡ ਚਾਹੇ ਕੋਈ ਵੀ ਹੋਵੇ, ਚਾਹੇ ਸ਼ਿਪ ਦੇ ਰਾਹੀਂ ਸਮਾਨ ਜਾਏ, ਚਾਹੇ ਪਲੇਨ ਦੇ ਰਾਹੀਂ ਜਾਏ, ਠੀਕ ਹੈ। ਬਟ ਇਹਦੇ ਵਿੱਚ ਕੋਈ ਥਰਡ ਪਾਰਟੀ ਤੀਸਰਾ ਪਰਸਨ ਇਹਦੇ ਵਿੱਚ ਨਹੀਂ ਹੁੰਦਾ, ਕੋਈ ਵਿਚੋਲਾ ਨਹੀਂ ਹੁੰਦਾ। ਡਾਇਰੈਕਟ ਕੰਟੈਕਟ ਕੀਤਾ ਜਾਂਦਾ ਹੈ ਗ੍ਰਾਹਕ ਦੇ ਨਾਲ, ਗ੍ਰਾਹਕ ਕੰਟਰੀ ਦੇ ਨਾਲ। ਤੇ ਦੂਸਰਾ ਜਿਹੜਾ ਹੈਗਾ ਹੈ ਦੈਟ ਇਜ਼ ਇਨਡਾਇਰੈਕਟ ਐਕਸਪੋਰਟਿੰਗ। ਇਨਡਾਇਰੈਕਟ ਜਿਵੇਂ ਨਾਮ ਤੋਂ ਪਤਾ ਲੱਗਦਾ ਹੈ ਇਹਦੇ ਵਿੱਚ ਕੀ ਹੈ ਕਿ ਮੰਨ ਲਓ ਸਾਡੇ ਦੇਸ਼ ਦੇ ਵਿੱਚ ਕੋਈ ਸਮਾਨ ਬਣਿਆ, ਅਸੀਂ ਆਪਣੀ ਕੰਟਰੀ 'ਚ ਸਮਾਨ ਬਣਾਇਆ, ਅਸੀਂ ਉਸ ਨੂੰ ਫੋਰਨ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਖੁਦ ਉਹਨਾਂ ਨਾਲ ਲਿੰਕ ਕੋਈ ਨਹੀਂ ਬਣਾਵਾਂਗੇ, ਉਹਨਾਂ ਨਾਲ ਕੋਈ ਕੰਟੈਕਟ ਨਹੀਂ ਕਰਾਂਗੇ, ਅਸੀਂ ਉਹਨਾਂ ਨੂੰ ਸਮਾਨ ਨਹੀਂ ਵੇਚਾਂਗੇ। ਉਸ ਦੀ ਜਗ੍ਹਾ ਕੀ ਕਰਾਂਗੇ ਸਾਡੇ ਹੀ ਦੇਸ਼ ਦੇ ਵਿੱਚ ਕੁਝ ਇਹੋ ਜਿਹੀਆਂ ਟਰੇਡਿੰਗ ਕੰਪਨੀਜ਼ ਆ, ਠੀਕ ਹੈ, ਜਿਨ੍ਹਾਂ ਦੇ ਨਾਲ ਅਸੀਂ ਸੰਪਰਕ ਕਰਾਂਗੇ ਤੇ ਉਹ ਸਾਡਾ ਸਮਾਨ ਸਾਡੇ ਤੋਂ ਲੈ ਕੇ ਉਹਨਾਂ ਦੇਸ਼ਾਂ ਤੱਕ ਪਹੁੰਚਾਉਣਗੇ। ਮਤਲਬ ਅਸੀਂ ਇਹਦੇ ਵਿੱਚ ਥਰਡ ਪਾਰਟੀ ਨੂੰ ਇਨਵੋਲਵ ਕਰਾਂਗੇ। ਦਿਸ ਇਜ਼ the reason why this type of exporting is called indirect exporting, ठीक है। डायरेक्ट एंड इनडायरेक्ट ਤੁਹਾਨੂੰ ਸਮਝ ਆ ਗਿਆ। ਸੈਕਿੰਡ ਹੈਗਾ ਹੈ ਲਾਇਸੈਂਸਿੰਗ। ਹੁਣ ਲਾਇਸੈਂਸਿੰਗ ਤੇ ਫਰੈਂਚਾਈਜ਼ਿੰਗ ਇਹ ਦੋ ਸਿਮਿਲਰ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਲੱਗਦਾ ਹੈ ਕਿ ਇਹ ਦੋਵੇਂ ਚੀਜ਼ਾਂ ਸਿਮਿਲਰ ਹੈ। ਫਰੈਂਚਾਈਜ਼ਿੰਗ ਅਗਲਾ ਪੁਆਇੰਟ ਹੈ, ਉਸਨੂੰ ਵੀ ਮੈਂ ਡਿਸਕਸ ਕਰਾਂਗੀ। ਲਾਇਸੈਂਸਿੰਗ ਦੇ ਵਿੱਚ ਪਹਿਲਾਂ ਮੈਂ ਦੱਸਦਾ ਕੀ ਹੁੰਦਾ ਇਹਦੇ ਵਿੱਚ ਕਿ ਅਸੀਂ ਕਿਸੇ ਬਿਜ਼ਨਸ ਨੂੰ ਸਟਾਰਟ ਕਰਨਾ ਹੈ ਤੇ ਸਾਨੂੰ ਜਿਹੜੀ ਕਿਸੇ ਵੀ ਦੇਸ਼ ਤੋਂ ਅਸੀਂ ਉਸ ਚੀਜ਼ ਦਾ ਲਾਇਸੈਂਸ ਆਪਾਂ ਲੈਣਾ ਹੈ, ਠੀਕ ਹੈ। ਸਪੋਜ਼ ਐਗਜ਼ਾਮਪਲ ਲੈ ਲਓ ਤੁਸੀਂ ਵਾਲਟ ਡਿਜ਼ਨੀ ਕਾਰਟੂਨ ਕੈਰੈਕਟਰਸ ਜਿਹੜੇ ਬਣਾਉਂਦੇ ਹੈਗੇ ਆ, ਹੈ ਨਾ, ਉਹ ਕਾਰਟੂਨ ਕੈਰੈਕਟਰ ਚਾਹੇ ਮਿਕੀ ਮਾਊਸ ਹੈ, ਡੋਨਲਡ ਡਕ ਹੈ, ਉਹ ਸਾਰੇ ਉਹਨਾਂ ਦੇ ਪੇਟੈਂਟਡ ਕਾਰਟੂਨਸ ਹੈਗੇ। ਪੇਟੈਂਟਡ ਮਤਲਬ ਕਿ ਸਿਰਫ ਉਹੀ ਉਸ ਨੂੰ ਬਣਾ ਸਕਦੀ ਹੈ, ਉਹੀ ਉਸ ਦਾ ਬਣਿਆ ਹੋਇਆ ਸਮਾਨ ਵੇਚ ਸਕਦੇ ਆ। ਪਰ ਜੇ ਕੋਈ ਕੰਪਨੀ ਚਾਹੇ, ਕੋਈ ਸਪੋਜ਼ ਬੈਗ ਬਣਾ ਰਹੀ ਹੈ, ਕੋਈ ਵਾਟਰ ਬੋਟਲ ਬਣਾ ਰਹੀ ਹੈ, ਉਹ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਪੇਟੈਂਟਡ ਕਾਰਟੂਨਸ ਅਸੀਂ ਯੂਜ਼ ਕਰੀਏ। ਸੋ ਉਹਨਾਂ ਨੇ ਕੀ ਕਰਨਾ ਹੈ ਇੱਕ ਲਾਇਸੈਂਸ ਲੈਣਾ ਹੈ, ਠੀਕ ਹੈ। ਲਾਇਸੈਂਸ ਉਹਨਾਂ ਨੂੰ ਮਿਲ ਜੂਗਾ, ਉਹਨਾਂ ਦੇ ਪ੍ਰੋਡਕਟ ਉਹ ਯੂਜ਼ ਕਰ ਸਕਦੇ ਆ, ਉਹਨਾਂ ਦਾ ਲੋਗੋ ਯੂਜ਼ ਕਰ ਸਕਦੇ ਆ, ਪਰ ਉਸ ਕੰਪਨੀ ਦੇ ਉਹ ਮਾਲਿਕ ਨਹੀਂ ਬਣ ਜਾਂਦੇ, ਠੀਕ ਹੈ ਨਾ। ਸੋ ਇਹ ਡਿਫਰੈਂਸ ਹੈਗਾ ਹੈ। ਅੱਗੇ ਫਰੈਂਚਾਈਜ਼ਿੰਗ ਜਿਹੜਾ ਪੁਆਇੰਟ ਹੈਗਾ ਹੈ
ਫਰੈਂਚਾਈਜ਼ਿੰਗ ਦੇ ਵਿੱਚ ਕੀ ਹੁੰਦਾ ਹੈ, ਜਿਵੇਂ ਐਗਜ਼ਾਮਪਲ ਲੈ ਲਓ ਤੁਸੀਂ, ਸਬਵੇ ਹੈਗਾ ਹੈ, ਠੀਕ ਹੈ, ਸਬਵੇ ਹੈ, ਮੈਕਡੋਨਲਡਸ ਹੈ, ਇਹਦੇ ਵਿੱਚ ਉਹ ਲੋਗੋ ਵੀ ਲੈਂਦੇ ਆ ਕੰਪਨੀ ਦਾ, ਉਸ ਕੰਪਨੀ ਦੇ ਪੇਟੈਂਟ ਰਾਈਟਸ ਨੂੰ ਯੂਜ਼ ਕਰਦੇ ਆ, ਉਹਨਾਂ ਦੇ ਪ੍ਰੋਡਕਟ ਯੂਜ਼ ਕਰਦੇ ਆ, ਪਲੱਸ ਇਹਦੇ ਨਾਲ ਐਡੀਸ਼ਨਲ ਉਹ ਕੀ ਹੈ, ਉਸ ਕੰਪਨੀ ਦੀ ਉਹ ਸਕਿੱਲ ਵੀ ਉਹਨਾਂ ਨੂੰ ਸਿੱਖਣੀ ਪੈਂਦੀ ਹੈ। ਮਤਲਬ ਮੈਕਡੋਨਲਡਸ ਦੀ ਫਰੈਂਚਾਈਜ਼ੀ ਜੇ ਕਿਸੇ ਨੇ ਲੈਣੀ ਹੈ ਤੇ ਇਹ ਨਹੀਂ ਕਿ ਉਹ ਆਪਣਾ ਲੋਕਲ 버ਗਰ ਬਣਾ ਕੇ ਕਿਸੇ ਨੂੰ ਆਫਰ ਕਰੂਗਾ, ਦੇ ਹੈਵ ਟੂ ਲਰਨ ਦਾ ਸਕਿੱਲ ਹਾਊ ਮੈਕਡੋਨਲਡ ਮੇਕ 버ਗਰਸ, ਠੀਕ ਹੈ। ਸੋ ਇਹਦੇ ਵਿੱਚ ਕੀ ਹੈ, ਇੱਕ ਤਰ੍ਹਾਂ ਦੇ ਉਸ ਨਾਮ ਦੀ ਕੰਪਨੀ ਇੱਕ ਅਲੱਗ ਬ੍ਰਾਂਚ ਦੇ ਵਿੱਚ ਇਸਟੈਬਲਿਸ਼ ਹੋ ਜਾਂਦੀ ਹੈ ਤੇ ਉਹ ਉਸ ਤਰ੍ਹਾਂ ਉਸ ਦੇ ਪੂਰੇ ਓਨਰ ਵੀ ਹੋ ਜਾਂਦੇ ਆ, ਠੀਕ ਹੈ। ਸੋ ਦਿਸ ਇਜ਼ ਦ ਡਿਫਰੈਂਸ ਬਿਟਵੀਨ ਲਾਇਸੈਂਸਿੰਗ ਐਂਡ ਫਰੈਂਚਾਈਜ਼ਿੰਗ। ਸੋ ਇਹ ਦੋ ਮੈਥਡਸ ਵੀ ਹੈਗੇ ਜਿਨ੍ਹਾਂ ਦੇ ਰਾਹੀਂ ਐਕਸਪੋਰਟ ਦਾ ਕੰਮ ਕੀਤਾ ਜਾਂਦਾ ਹੈ। ਇਸ ਤੋਂ ਅਗਲਾ ਹੈਗਾ ਹੈ ਜੁਆਇੰਟ ਵੈਂਚਰਸ। ਹੁਣ ਜੁਆਇੰਟ ਵੈਂਚਰ ਵਿੱਚ ਕੀ ਹੈ, ਕਈ ਵਾਰੀ ਦੋ ਕੰਪਨੀਜ਼ ਆਪਸ ਦੇ ਵਿੱਚ ਮਿਲ ਕੇ ਤੇ ਕੋਈ ਬਿਜ਼ਨਸ ਇਸਟੈਬਲਿਸ਼ ਕਰ ਲੈਂਦੇ ਆ ਐਕਸਪੋਰਟ ਦਾ ਕੰਮ ਕਰਨ ਲਈ। ਦੋ ਕੰਪਨੀਜ਼ ਆ, ਇੱਕ ਕੰਪਨੀ ਦੇ ਕੋਲ ਵਧੀਆ ਰਿਸੋਰਸਿਸ ਹੈਗੇ ਆ, ਲਾਈਕ ਕੈਪੀਟਲ ਹੈ, ਲੈਂਡ ਹੈ, ਲੇਬਰ ਹੈ, ਪਰ ਉਹਦੇ ਕੋਲ ਪ੍ਰੋਪਰ ਮਸ਼ੀਨਰੀ ਨਹੀਂ ਹੈ, ਜਾਂ ਪ੍ਰੋਪਰ ਕਹਿ ਲਓ ਕਿ ਸਕਿੱਲ ਜਿਹੜੀ ਇਨਵੋਲਵ ਹੁੰਦੀ ਹੈ ਪੂਰੀ ਉਹ ਨਹੀਂ ਹੈ, ਤੇ ਉਹ ਕੀ ਕਰਨਗੇ, ਉਹ ਦੂਸਰੀ ਕੰਪਨੀ ਜਿਹਦੇ ਵਿੱਚ ਇਹ ਚੀਜ਼ਾਂ ਹੈਗੀਆਂ ਇਹਨਾਂ ਦੇ ਨਾਲ ਟਾਈ ਅਪ ਕਰਕੇ ਦੋਵੇਂ ਆਪਸ ਦੇ ਵਿੱਚ ਮਿਲ ਕੇ ਤੇ ਇੱਕ ਜੁਆਇੰਟ ਵੈਂਚਰ ਕਰਨਗੇ। ਇਸ ਦੀ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਜਿਵੇਂ ਸੋਨੀ, ਐਰਿਕਸਨ, ਇਹ ਦੋ ਵੱਖਰੇ ਕੰਪਨੀਜ਼ ਆਪਸ ਦੇ ਵਿੱਚ ਮਿਲ ਕੇ ਇਹਨਾਂ ਨੇ ਜੁਆਇੰਟ ਵੈਂਚਰ ਕਰਕੇ ਤੇ ਆਪਣੀ ਕੰਪਨੀ ਇਸਟੈਬਲਿਸ਼ ਕੀਤੀ ਹੈ, ਠੀਕ ਹੈ। ਇਸ ਤੋਂ ਅਗਲਾ ਜਿਹੜਾ ਹੈਗਾ ਹੈ ਦੈਟ ਇਜ਼ ਟਰਨ ਕੀ ਪ੍ਰੋਜੈਕਟਸ। ਟਰਨ ਕੀ ਪ੍ਰੋਜੈਕਟ ਦੇ ਵਿੱਚ ਕੀ ਹੁੰਦਾ ਹੈ, ਕੋਈ ਵਿਦੇਸ਼ੀ ਕੰਪਨੀ ਕਿਸੇ ਸਥਾਨਕ ਕੰਪਨੀ, ਠੀਕ ਹੈ, ਬਾਹਰ ਦੀ ਕੰਪਨੀ ਕੋਈ ਸਾਡੀ ਕੰਪਨੀ, ਸਾਡੇ ਦੇਸ਼ ਦੀ ਕੰਪਨੀ ਦੇ ਨਾਲ ਇੱਕ ਸਮਝੌਤਾ ਕਰ ਲੈਂਦੀ ਹੈ, ਠੀਕ ਹੈ, ਜਿਸ ਦੇ ਤਹਿਤ ਕੀ ਹੁੰਦਾ, ਜਿਹੜੀ ਵਿਦੇਸ਼ੀ ਕੰਪਨੀ ਹੈ, ਠੀਕ, ਉਹ ਕਿਸੇ ਕਿਸਮ ਦੇ ਵਪਾਰ ਨਾਲ ਸੰਬੰਧਿਤ ਪ੍ਰੋਜੈਕਟ ਨੂੰ ਡਿਜ਼ਾਈਨ ਕਰਦੀ ਹੈ, ਉਸਨੂੰ ਪੈਸਾ ਉਹਦੇ ਤੇ ਲਗਾਉਂਦੀ ਹੈ, ਉਹਨੂੰ ਦੱਸਦੀ ਹੈ ਕਿ ਇਸ ਨੂੰ ਕਿਸ ਤਰੀਕੇ ਦੇ ਨਾਲ ਕਰਨਾ, ਤੇ ਜਦੋਂ ਉਹ ਪੂਰਾ ਤਿਆਰ ਹੋ ਜਾਂਦਾ ਹੈ, ਜਦੋਂ ਉਹ ਰੈਡੀ ਹੋ ਜਾਂਦਾ ਹੈ, ਤੇ ਫਿਰ ਉਸ ਤੋਂ ਬਾਅਦ ਉਸਨੂੰ ਕੀ ਕਰਦੇ ਹੈਗੇ ਆ, ਉਹ ਸਥਾਨਕ ਕੰਪਨੀ ਨੂੰ ਹੀ ਉਹ ਪ੍ਰੋਡਕਟ ਦੇ ਦਿੰਦੇ ਆ, ਉਸਦਾ ਮੁੱਲ ਨਿਰਧਾਰਿਤ ਜੋ ਵੀ ਹੁੰਦਾ ਹੈ ਮੁੱਲ ਵਸੂਲ ਕਰਕੇ ਸਥਾਨਕ ਕੰਪਨੀ ਨੂੰ ਉਹ ਦੇ ਦਿੱਤਾ ਜਾਂਦਾ। ਇਸ ਦੀ ਐਗਜ਼ਾਮਪਲ ਜਿਵੇਂ ਡੈਮਸ ਹੈਗੇ ਆ, ਕੋਈ ਫੋਰਨ ਦੀ ਕੰਪਨੀ ਸਾਡੇ ਦੇਸ਼ ਦੇ ਵਿੱਚ ਆ ਕੇ ਕਿਸੇ ਡੈਮ ਪ੍ਰੋਜੈਕਟ ਤੇ ਪੈਸਾ ਲਗਾਉਂਦੀ ਹੈ, ਫਿਰ ਜਦੋਂ ਉਹ ਕੰਪਲੀਟ ਹੋ ਜਾਂਦਾ ਹੈ ਤੇ ਫਿਰ ਸਾਡੇ ਦੇਸ਼ ਵਾਸੀ ਜਾਂ ਸਾਡੇ ਦੇਸ਼ ਦੀ ਕੰਪਨੀ ਉਸ ਨੂੰ ਪੇਮੈਂਟ ਕਰਕੇ, ਪ੍ਰੋਪਰ ਫੋਰਨ ਦੀ ਜਿਹੜੀ ਵੀ ਕੰਪਨੀ ਉਸ ਨੂੰ ਪੇਮੈਂਟ ਕਰਕੇ ਤੇ ਉਹ ਡੈਮ ਅਸੀਂ ਇਸਤੇਮਾਲ ਕਰਦੇ ਹਾਂ, ਅਸੀਂ ਉਸ ਦੀ ਬਿਜਲੀ ਇਸਤੇਮਾਲ ਕਰਦੇ ਤੇ ਉਹ ਸਾਨੂੰ ਹੈਂਡਓਵਰ ਕਰ ਦਿੰਦੀ। ਸੋ ਦਿਸ ਇਜ਼ ਕਾਲਡ ਟਰਨ ਕੀ ਪ੍ਰੋਜੈਕਟਸ। ਤੇ ਨੈਕਸਟ ਤੇ ਲਾਸਟ ਜਿਹੜਾ ਹੈਗਾ ਹੈ ਦੈਟ ਇਜ਼ ਕੰਟਰੈਕਟ ਮੈਨੂਫੈਕਚਰਿੰਗ। ਕੰਟਰੈਕਟ ਮੈਨੂਫੈਕਚਰਿੰਗ ਦੇ ਵਿੱਚ ਕੀ ਹੁੰਦਾ ਹੈ, ਕਿਸੇ ਵਿਦੇਸ਼ੀ ਕੰਪਨੀ ਦੇ ਵਿੱਚ ਅਸੀਂ ਉਸ ਨੂੰ ਕੰਟਰੈਕਟ ਦਿੰਨੇ ਆ, ਸਮਾਨ ਉਹ ਸਾਡਾ ਬਣਾ ਦਿੰਦੇ ਆ ਆਪਣੇ ਦੇਸ਼ ਦੇ ਵਿੱਚ। ਮੰਨ ਲਓ ਇੰਡੀਆ ਨੇ ਕਿਸੇ ਕੰਟਰੀ ਦੇ ਵਿੱਚ ਕਿਹਾ ਹੈ ਕਿ ਤੁਸੀਂ ਸਾਡਾ ਇਹ ਸਮਾਨ ਬਣਾਉਣਾ ਹੈ, ਉਸਨੂੰ ਸਮਾਨ ਨੂੰ ਬਣਾਉਣ ਦਾ ਹਰ ਤਰ੍ਹਾਂ ਦਾ ਕੰਮ ਉਸਨੂੰ ਜੋ ਵੀ ਕਰਨਾ ਹੈ ਉਹ ਦੱਸ ਦਿੱਤਾ ਜਾਂਦਾ ਹੈ, ਤੇ ਜਦੋਂ ਉਹ ਕੰਮ ਕੰਪਲੀਟ ਹੋ ਜਾਂਦਾ ਹੈ, ਜਦੋਂ ਉਹ ਪ੍ਰੋਜੈਕਟ ਜਾਂ ਪ੍ਰੋਡਕਟ ਜੋ ਵੀ ਹੈ ਉਹ ਕੰਪਲੀਟ ਹੋ ਜਾਂਦਾ ਹੈ, ਤੇ ਫਿਰ ਉਹ ਉਸ ਤੋਂ ਪ੍ਰੋਡਕਟ ਲੈ ਕੇ ਤੇ ਖੁਦ ਉਸ ਕੰਪਨੀ ਖੁਦ ਇੰਡੀਅਨ ਕੰਪਨੀ ਉਸ ਪ੍ਰੋਡਕਟ ਨੂੰ ਉਹਨਾਂ ਦੇ ਬਾਜ਼ਾਰ ਦੇ ਵਿੱਚ ਵੇਚ ਦਿੰਦੀ। ਸੋ ਮਤਲਬ ਕੰਮ ਉਹਨਾਂ ਨੇ ਕੀਤਾ ਪਰ ਉਸ ਨੂੰ ਬਾਅਦ ਦੇ ਵਿੱਚ ਯੂਜ਼ ਅਸੀਂ ਕਰ ਰਹੇ ਹਾਂ, ਠੀਕ ਹੈ। ਸੋ ਦਿਸ ਇਜ਼ ਦ ਡਿਫਰੈਂਸ ਬਿਟਵੀਨ ਟਰਨ ਕੀ ਪ੍ਰੋਜੈਕਟ ਐਂਡ ਠੇਕਾ ਉਤਪਾਦਨ, ਜਿਹੜੇ ਕੰਟਰੈਕਟ ਮੈਨੂਫੈਕਚਰਿੰਗ ਹੈਗੀ ਹੈ। ਸੋ ਇਹ ਸਾਰੇ ਟੌਪਿਕਸ, ਇਹ ਸਾਰੇ ਜਿਹੜੇ ਪੁਆਇੰਟਸ ਸੀਗੇ, ਇਹ ਡਿਫਰੈਂਟ ਮੋਡ ਆਫ ਆਪਰੇਸ਼ਨ ਸੀਗੇ ਜਿਨ੍ਹਾਂ ਦੇ ਰਾਹੀਂ ਅਸੀਂ ਸਾਰੇ ਐਕਸਪੋਰਟਿੰਗ ਦਾ ਕੰਮ ਕਰ ਸਕਦੇ। ਇਹਦੇ ਵਿੱਚੋਂ ਜਿਹੜਾ ਪ੍ਰਸ਼ਨ ਤਿਆਰ ਹੁੰਦਾ ਹੈ ਉਹ ਕੀ ਹੈਗਾ ਕਿ ਨਿਰਯਾਤਕਰਤਾ ਕਿਸ ਮਾਧਿਅਮ ਰਾਹੀਂ ਆਪਣੇ ਪ੍ਰੋਡਕਟਾਂ ਦੀ ਸੇਲ ਅਤੇ ਪਹੁੰਚ ਵਿਦੇਸ਼ਾਂ ਵਿੱਚ ਕਰ ਸਕਦਾ ਹੈ। ਸੋ ਇਹਦੇ ਵਿੱਚ ਇਹ ਸਾਰੇ ਪੁਆਇੰਟਸ ਕਵਰ ਹੁੰਦੇ ਆ। ਇਸ ਕੁਐਸਚਨ ਦੇ ਵਿੱਚ ਜੋ ਵੀ ਅਸੀਂ ਮੋਡ ਡਿਸਕਸ ਕੀਤੇ ਆ ਉਹ ਸਾਰੇ ਇਹਦੇ ਵਿੱਚ ਆ ਜਾਣਗੇ ਆਨਸਰ ਦੇ ਵਿੱਚ। ਸੋ ਆਈ ਹੋਪ ਕਿ ਤੁਹਾਨੂੰ ਇਹ ਟੌਪਿਕ ਸਮਝ ਲੱਗ ਗਿਆ ਹੋਊਗਾ। ਇਨ ਦਾ ਐਂਡ ਆਈ ਵੁੱਡ ਲਾਈਕ ਟੂ ਸੇ ਥੈਂਕ ਯੂ ਸੋ ਮਚ।